ਸਾਹਿਬ ਜੀ। ਕਹਿ ਰਵਿਦਾਸ ਕਹਾਂ ਕੈਸੇ ਕੀਜੈ, ਬਿਨ ਰਗਨਾਥ शरण का की लीजै। बहुत जन्म बिछरे थे माधो माधो, एहो जन्म तुम्हारे लिखे। बहुत जन्म बिछरे थे माधो, एहो जन्म तुम्हारे लिखे। जन्म तुम्हारे लिखे। सन्मानयोग गुरु प्यारी साध संगत जी, ਵੱਡੇ ਭਾਗਾਂ ਦੇ ਨਾਲ ਸਾਨੂੰ ਸਾਧ ਸੰਗਤ ਪ੍ਰਾਪਤ ਹੋਈ ਹੈ। ਰੋਜ਼ਾਨਾ ਹੀ ਅਸੀਂ ਗੁਰੂ ਮਹਾਰਾਜ ਦੀ ਬਾਣੀਆਂ ਉਪਰੰਤ ਇਹ ਗੁਰੂ ਮਹਾਰਾਜ ਦੀਆਂ ਸਾਖੀਆਂ ਤੇ ਸ਼ਬਦ ਦੀ ਵਿਚਾਰ ਸਰਵਣ ਕਰਦੇ ਹਾਂ। ਸੋ ਆਓ ਅੱਜ ਵੀ ਅੰਮ੍ਰਿਤ ਵੇਲੇ ਦਾ ਲਾਹਾ ਖੱਟੀਏ। प्रथम प्यार दे नाल आखो जी वाहेगुरु जी का खालसा, वाहेगुरु जी की फतेह। अज दा पावन हुक्मनामा साहिब गुरु अर्जन देव जी महाराज उन्हां दी रसना तो गायन कीता है, जो कि राग टोडी दे विच 711 अंग तो आरंभ हो के 712 अंग ते इस दी संपूर्णता हो जाती है। गुरु अर्जन देव जी महाराज ने बहुत खूबसूरत तरीके दे नाल सोहणे अल्फाज जिहड़े ने ते पूरे दृढ़ निश्चय दे नाल जी नूं, शरीर नूं, साडे मनुए नूं समझाया है कि किद्दां परमात्मा नूं भुला के विसार के बंदे दी जो जिंदगी हुंदी आ वो खुआर हो जांदी आ, पर जदों इंसान कोले वो प्रभु दी बंदगी ते उहदे प्यार दी समझ होवे, फिर उहदी जिंदगी विच विकार उहदे नाल धोखा नहीं कर सकदे। फिर विकार जिहड़े ने जिंदगी दे विच उहदे नाल धोखा नहीं कर सकदे। पर जदों वाहिगुरु दा प्यार अंदर नहीं हुंदा तां हर चीज़ बंदे दा अपना आप उहनूं धोखा दिंदा है, पल पल धोखा दिंदा है। क्योंकि मन जाने सब बात, जानत ही औगण करे। जानते हुए भी सारियां गलतियां बार बार बंदा करेगा जे गुरु दा प्यार अंदर नहीं होवेगा। टोडी महला पंजवा। टोडी एक राग दा नाम है। महला पंजवां तो ही पता लग्या कि पंजवें गुरु दी ये बाणियां गुरु अर्जन देव जी दी हर बिसरत सदा खुआरी। हर बिसरत सदा खुआरी। रब नूं भुला के बंदे सदा ही खुआर हुंदे रहे ने, हुंदे रहणगे। गुरु ग्रंथ साहिब जी नूं दिल चों कढ के जिंदगी बेकार हुंदी रही है, हुंदी रहेगी। भाई नंद लाल साहिब जी का एक बचन बड़ा प्यारा है संगत जी।
ਆਪਣੀ ਕਲਮੇ ਗੋਇਆ ਦੇ ਵਿੱਚ ਲਿਖਦੇ ਨੇ, ਲਿਖਤਾਂ ਦੇ ਵਿੱਚ ਰੱਬ ਦਾ ਸ਼ੌਂਕ, ਰੱਬ ਦਾ ਸ਼ੌਂਕ ਦੁਨੀਆ 'ਚ ਕਹਿੰਦੇ ਬੜੇ ਸ਼ੌਂਕ ਹੁੰਦੇ ਨੇ, ਪਰ ਇੱਕ ਰੱਬ ਦਾ ਸ਼ੌਂਕ ਵੀ ਹੁੰਦਾ, ਇੱਕ ਉਹਦੀ ਬੰਦਗੀ ਦਾ ਚਾਅ ਵੀ ਹੁੰਦਾ। ਰੱਬ ਦਾ ਸ਼ੌਂਕ ਜਿਸ ਦੇ ਗਲੇ ਦਾ ਹਾਰ ਬਣ ਜਾਂਦਾ ਹੈ। ਪਰਮਾਤਮਾ ਦੀ ਬੰਦਗੀ ਜਿਹਦਾ ਸ਼ੌਂਕ ਬਣ ਜਾਂਦੀ ਆ, ਉਹ ਨਾ ਚੀਜ਼ ਵੀ ਸਿਆਣਾ ਤੇ ਮੁਦੱਬਰ ਬਣ ਜਾਂਦਾ ਹੈ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਰੱਬ ਦਾ ਸ਼ੌਂਕ ਜਿਸ ਦੇ ਗਲੇ ਦਾ ਹਾਰ ਬਣ ਜਾਂਦਾ ਹੈ, ਉਹ ਨਾ ਚੀਜ਼ ਵੀ, ਭਾਵੇਂ ਉਹ ਬੰਦਾ ਕੁਝ ਵੀ ਨਹੀਂ ਸੀ, ਉਹ ਸਿਆਣਾ ਤੇ ਮੁਦੱਬਰ ਬਣ ਜਾਂਦਾ ਹੈ। ਮੁਦੱਬਰ ਕਹਿੰਦੇ ਨੇ ਪ੍ਰਬੰਧ ਕਰਨ ਵਾਲੇ ਨੂੰ। ਜਿਵੇਂ ਆਪਾਂ ਕਹਿੰਦੇ ਫਲਾਣੇ ਬੰਦੇ ਨੂੰ ਜ਼ਿੰਮੇਵਾਰੀ ਦੇ ਦਈਏ, ਇੰਨਾ ਸੋਹਣਾ ਪ੍ਰਬੰਧ ਕਰਦੇ ਆ ਕਿ ਉਹਨੂੰ ਦੇਖ ਕੇ ਖੁਸ਼ੀ ਹੁੰਦੀ ਆ ਕਿ ਇਹਨਾਂ ਦਾ ਕੀਤਾ ਹੋਇਆ ਪ੍ਰਬੰਧ ਕਿਤਨਾ ਸੋਹਣਾ ਹੈ। ਉਹ ਬੰਦਾ ਜੋ ਨਾ ਕੁਛ ਸੀ, ਇਹਨੂੰ ਕੁਝ ਨਹੀਂ ਸੀ ਆਉਂਦਾ, ਕੋਈ ਪ੍ਰਬੰਧ ਨਹੀਂ ਕਰਨਾ, ਕੋਈ ਜ਼ਿੰਦਗੀ ਦਾ ਪਤਾ ਨਹੀਂ ਸੀ, ਪਰ ਜਦੋਂ ਉਹਦੇ ਅੰਦਰ ਰੱਬ ਦਾ ਸ਼ੌਂਕ ਪੈਦਾ ਹੋਇਆ ਹੈ, ਉਹਦੇ ਗਲੇ ਦਾ ਹਾਰ ਬਣੀ ਆ ਬੰਦਗੀ ਬਾਣੀ, ਉਦੋਂ ਉਹ ਨਾ ਚੀਜ਼ ਵੀ ਸਿਆਣਾ ਬਣਿਆ ਤੇ ਉਦੋਂ ਮੁਦੱਬਰ ਬਣਿਆ। ਪਰ ਜਦੋਂ ਰੱਬ ਦਾ ਸ਼ੌਂਕ ਬੰਦੇ ਦਾ ਸਹਾਈ ਹੋ ਜਾਵੇ ਤਾਂ ਇੱਕ ਰੇਤ ਦਾ ਜਰਾ ਵੀ ਚਮਕਦੇ ਹੋਏ ਨੂਰ ਦੇ ਸੂਰਜ ਦੇ ਬਰਾਬਰ ਹੋ ਜਾਂਦਾ ਹੈ। ਇਸ ਕਰਕੇ ਫਿਰ ਉਹਨਾਂ ਦੇ ਬਚਨਾਂ ਤੋਂ ਸੱਚ ਦੇ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਤੇ ਉਹਨਾਂ ਦੇ ਦਰਸ਼ਨਾਂ ਦੇ ਨਾਲ ਅੱਖਾਂ ਠੰਡੀਆਂ ਹੁੰਦੀਆਂ ਨੇ। ਭਾਈ ਨੰਦ ਲਾਲ ਸਾਹਿਬ ਜੀ ਇਹ ਬਚਨ ਕਰਦੇ ਨੇ ਗੁਰੂ ਪਿਆਰਿਓ ਕਿ ਫਿਰ ਉਹਨਾਂ ਦੇ ਬੋਲਾਂ ਤੋਂ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਉਹਨਾਂ ਦੇ ਦਰਸ਼ਨ ਕੀਤਿਆਂ ਅੱਖਾਂ ਠੰਡੀਆਂ ਹੁੰਦੀਆਂ ਨੇ, ਉਜਲੀਆਂ ਹੁੰਦੀਆਂ ਨੇ, ਅੱਖਾਂ ਨੂੰ ਠੰਡ ਪੈਂਦੀ ਆ। ਐਸੇ ਪਿਆਰਿਆਂ ਦੇ ਦੀਦਾਰ ਜਦੋਂ ਕਰਦੇ ਹਾਂ। ਗੁਰੂ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਇਹ ਕਹਿ ਰਹੇ ਨੇ ਕਿ ਕੇਵਲ ਤੇ ਕੇਵਲ ਇਨਸਾਨ ਦੁਖੀ ਨਹੀਂ ਆ, ਇੱਕ ਇਨਸਾਨ ਕੋਈ ਦੁਖੀ ਨਹੀਂ ਆ, ਸਾਰੇ ਹੀ ਅਸੀਂ ਦੁਖੀ ਹਾਂ। ਭਗਤ ਫਰੀਦ ਜੀ ਦਾ ਇੱਕ ਬਹੁਤ ਸੋਹਣਾ ਬਚਨ ਆ, ਤੁਹਾਨੂੰ ਹੋਰ ਕਲੀਅਰ ਹੋ ਜਾਏਗਾ, ਸਮਝਣ ਦੇ ਵਿੱਚ ਬੜੀ ਆਸਾਨੀ ਆ ਜਾਵੇਗੀ, ਬਹੁਤ ਜ਼ਿਆਦਾ ਆਸਾਨ ਹੋ ਜਾਏਗਾ ਸਮਝਣਾ। ਕਹਿੰਦੇ ਫਰੀਦਾ ਜੇ ਦੇਹ ਨਾਲਾ ਕਪਿਆ, ਜੇ ਗੱਲ ਕੱਪੇ ਚੁੱਖ, ਪਵਨ ਨ ਇਤੀ ਮਾਮਲੇ, ਸਾਹਾਂ ਨ ਇਤੀ ਦੁੱਖ। ਭਗਤ ਫਰੀਦ ਜੀ ਕਹਿੰਦੇ ਹੈ ਦਾਈ ਨੂੰ ਕਹਿ ਰਹੇ ਨੇ, ਕਹਿੰਦੇ ਮੈਂ ਆਪਦੀ ਜ਼ਿੰਦਗੀ ਤੋਂ ਬੜਾ ਦੁਖੀ ਹਾਂ, ਪਰੇਸ਼ਾਨ ਹਾਂ। ਇਹ ਪਹਿਲਾ ਪੜਾਅ ਹੈ ਜ਼ਿੰਦਗੀ ਦਾ। ਹਜੇ ਜਦੋਂ ਵਿਛੋੜੇ ਦਾ ਸੱਲ ਅੰਦਰ ਵੱਜਿਆ, ਕਹਿੰਦੇ ਹੇ ਦਾਈ, ਮੈਨੂੰ ਜਨਮ ਦੇਣ ਵਾਲੀ ਦਾਈ, ਜੋ ਕਿ ਇੱਕ ਮਾਂ ਨੂੰ ਜਨਮ ਦੇਣ ਵਿੱਚ ਸਹਾਇਤਾ ਕਰਨ ਵਾਲੀ ਦਾਈ, ਜਦੋਂ ਤੂੰ ਮੇਰਾ ਨਾੜੂ ਕੱਟਿਆ ਸੀ ਭਗਤ ਫਰੀਦ ਜੀ, ਜੇਕਰ ਰੱਤਾ ਗਲਾ ਵੀ ਵੱਢ ਦਿੰਦੀ ਤੇ ਚੰਗਾ ਹੁੰਦਾ। ਭਗਤ ਫਰੀਦ ਜੀ ਐਵੇਂ ਕਹਿ ਰਹੇ ਨੇ, ਜੇ ਦੇਹ ਨਾਲਾ ਕੱਪਿਆ, ਜੇ ਗੱਲ ਕੱਪੇ ਚੁੱਖ, ਪਵਨ ਨ ਇਤੀ ਮਾਮਲੇ, ਸਾਹਾਂ ਨ ਇਤੀ ਦੁੱਖ। ਫਿਰ ਮੈਂ ਇੰਨੇ ਦੁੱਖ ਨਾ ਸਹਿੰਦਾ। ਜਦੋਂ ਮੇਰਾ ਨਾੜੂ ਕੱਟਿਆ ਸੀ, ਜੇ ਰੱਤਾ ਉਹ ਛੁਰੀ ਜਿਹੜੀ ਸੀ ਗਲੇ ਤੇ ਵੀ ਫੇਰ ਦਿੰਦੀ, ਅੱਜ ਮੈਂ ਇਤਨੀ ਪੀੜਾ 'ਚ ਨਾ ਹੁੰਦਾ। ਇਹ ਸ਼ਲੋਕ ਤੋਂ ਬਾਅਦ ਫਿਰ ਭਗਤ ਫਰੀਦ ਜੀ ਕਹਿੰਦੇ ਨਹੀਂ, ਕੱਲਾ ਮੈਂ ਦੁਖੀ ਨਹੀਂ। ਇਦੋਂ ਬਾਅਦ ਕਹਿੰਦੇ ਨੇ, ਪਹਿਲਾਂ ਇੱਦਾਂ ਕਹਿੰਦੇ ਨੇ ਵੀ ਲੱਗਦਾ ਮੈਂ ਹੀ ਦੁਖੀ ਹਾਂ। ਕਹਿੰਦੇ ਨਹੀਂ, ਮੈਂ ਜਾਣਿਆ ਦੁੱਖ ਮੁਝ ਕੋ, ਮੈਨੂੰ ਲੱਗਦਾ ਸੀ ਮੈਂ ਹੀ ਦੁਖੀ ਹਾਂ ਕੇਵਲ ਤੇ ਕੇਵਲ, ਪਰ ਨਹੀਂ, ਐਸੀ ਕੋਈ ਗੱਲ ਨਹੀਂ। ਦੁੱਖ ਸੁਭਾਇਐ ਜਗ, ਦੁੱਖ ਸੁਭਾਇਐ ਜਗ। ਦੁਨੀਆ ਦੇ ਲੋਕ ਵੀ ਬੜੇ ਦੁਖੀ ਨੇ,
ਉੱਚੇ ਚੜ੍ਹ ਕੇ ਦੇਖਿਆ ਕਰ ਕਰ ਇਹ ਅਗ। ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੱਤ ਉਦਾਸ। ਕੋਈ ਤਾਂ ਤਨ ਕਰਕੇ ਦੁਖੀ ਆ, ਸਰੀਰ ਕਰਕੇ ਰੋਗੀ ਆ, ਕੋਈ ਮਨ ਕਿਸੇ ਦਾ ਟਿਕਦਾ ਨਹੀਂ, ਇੱਦਾਂ ਕਰਕੇ ਦੁਖੀ ਆ। ਕੋਈ ਚਿੱਤ ਉਦਾਸ, ਕਿਸੇ ਦਾ ਚਿੱਤ ਨਹੀਂ ਲੱਗਦਾ, ਚਿੱਤ ਉਦਾਸ ਹੈ। ਏਕ ਏਕ ਦੁਖ ਸਭੀ ਕੋ ਸੁਖੀ ਸੰਤ ਕਾ ਦਾਸ। ਸੁਖੀ ਸੰਤ ਕਾ ਦਾਸ। ਇੱਕ ਇੱਕ ਦੁੱਖ ਸਾਰਿਆਂ ਨੂੰ ਆ। ਕਿਹਾ ਜਾਂਦਾ ਪੁਰਾਣੇ ਜ਼ਮਾਨਿਆਂ ਦੇ ਵਿੱਚ, ਉਦਾਹਰਨ ਦੇ ਰਿਹਾ, ਸਪਸ਼ਟ ਹੋ ਜਾਏਗੀ ਗੱਲ। ਤੇ ਬਾਲਣ ਵਾਲੀ ਅੱਗ ਸੀ ਘਰੇ ਚੁੱਲ੍ਹਿਆਂ ਦੀ, ਉਹਨਾਂ ਧੂੰਆਂ ਦਿਖਦਾ ਸੀ ਦੂਰੋਂ, ਕਹਿਣਾ ਫਲਾਣੇ ਦੇ ਘਰੇ ਅੱਗ ਬਲਦੀ ਆ। ਫਿਰ ਹੌਲੀ ਹੌਲੀ ਜ਼ਮਾਨਾ ਬਦਲਿਆ, ਸਟੋਵ ਆ ਗਏ। ਸਟੋਵ ਦੀ ਆਵਾਜ਼ ਆਉਂਦੀ ਹੁੰਦੀ ਸੀ, ਤੇ ਜਦੋਂ ਚੱਲਦਾ ਸੀ ਨਾ ਤੇ ਕਹਿਣਾ ਕਿ ਇਹਨਾਂ ਦੇ ਘਰੇ ਅੱਗ ਬਲਦੀ ਆ। ਹੌਲੀ ਹੌਲੀ ਅਸੀਂ ਬਹੁਤ ਬਦਲ ਗਏ, ਜ਼ਮਾਨਾ ਬਦਲਿਆ। LPG ਗੈਸ ਆ ਗਈ ਤੇ ਸਿਲੰਡਰਾਂ ਵਾਲੀ, ਖੜਕਾ ਵੀ ਨਹੀਂ, ਧੂੰਆਂ ਵੀ ਨਹੀਂ, ਪਰ ਅੱਗ ਅਜੇ ਵੀ ਆ। ਇੱਦਾਂ ਕਈਆਂ ਦੇ ਘਰਾਂ ਵਿੱਚ ਦੁੱਖ ਚੁੱਲ੍ਹੇ ਦੀ ਅੱਗ ਵਾਂਗ ਪ੍ਰਗਟ ਹੈ, ਪਾਥੀਆਂ ਦੀ ਅੱਗ ਵਾਂਗ ਦਿਖਦਾ ਦੂਰੋਂ। ਕਈਆਂ ਦੇ ਸਟੋਵ ਵਾਲੀ ਅੱਗ ਆ, ਥੋੜ੍ਹੀ ਥੋੜ੍ਹੀ ਮਿੰਨੀ ਮਿੰਨੀ ਆਵਾਜ਼ ਆਉਂਦੀ ਆ, ਅੰਦਰ ਖਾਤੇ ਉਹ ਦੁਖੀ ਨੇ। ਕਈਆਂ ਦੇ ਘਰੇ ਦੇਖਣ ਨੂੰ ਲੱਗਦਾ ਬੜੇ ਸੁਖੀ ਨੇ, ਪਰ ਉਹਨਾਂ ਦੇ LPG ਵਾਲੀ ਅੱਗ ਆ, ਉਹ ਵੀ ਦੁਖੀ ਨੇ। ਇਸ ਕਰਕੇ ਇਹ ਦੁਨੀਆ ਦਾ ਦਸਤੂਰ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਆ ਕਿ ਪਰਮਾਤਮਾ ਨੂੰ ਭੁਲਾ ਕੇ ਤਾਂ ਜ਼ਿੰਦਗੀ ਖੁਆਰੀ ਹੋਈ ਆ। ਕਿਸੇ ਨੇ ਵੀ ਕੁਝ ਨਹੀਂ ਪਾਇਆ, ਪਾ ਕੇ ਵੀ ਕੁਝ ਨਹੀਂ ਪਾਇਆ, ਕਿਉਂਕਿ ਫੂਲੋं को मैंने खिलते और बिखरते दोनों देखा है। कैसे कह दूं उपमन तेरा बनवास बना रह पाएगा। गागर को मैंने बरते और फूटते दोनों देखा है। कैसे कह दूं जे कलश तुम्हारा सदा भरा रह पाएगा। सूरज को मैंने चढ़ते और उतरते दोनों देखा है। कैसे कह दूं अभिमान तुम्हारा तुम्हें अमर कर पाएगा। ਇੱਥੇ ਸੂਰਜ ਵੀ ਚੜ੍ਹਦਾ ਨਾ ਤੇ ਛੁਪ ਜਾਂਦਾ ਹੈ, ਇੱਥੇ ਘੜਾ ਹੁੰਦਾ ਨਾ ਤੇ ਫੁੱਟ ਜਾਂਦਾ ਹੈ। ਕਿਵੇਂ ਕਹਿ ਦਈਏ ਹਰ ਚੀਜ਼ ਟਿਕੀ ਆ। ਪਰਮਾਤਮਾ ਦੀ ਬਣਾਈ ਹੋਈ ਕਾਇਨਾਤ ਦੇ ਵਿੱਚ ਬੰਦਿਆ, ਜੇਕਰ ਤੈਨੂੰ ਰੱਬ ਦਾ ਸ਼ੌਂਕ ਪੈਦਾ ਹੋ ਜੇ ਭਾਈ ਨੰਦ ਲਾਲ ਜੀ, ਤੇ ਤੂੰ ਨਾ ਚੀਜ਼ ਹੋ ਕੇ ਵੀ ਸਿਆਣਾ ਹੈ। ਜੇ ਤੈਨੂੰ ਸਾਰੇ ਸ਼ੌਂਕ ਹੈਗੇ ਨੇ ਪਰ ਤੈਨੂੰ ਰੱਬ ਦਾ ਸ਼ੌਂਕ ਨਹੀਂ, ਤਾਂ ਤੂੰ ਸਭ ਕੁਝ ਹੋ ਕੇ ਵੀ, ਬੜਾ ਕੁਝ ਹੋ ਕੇ ਵੀ ਕੱਖ ਵੀ ਨਹੀਂ ਹੈ। ਇਸ ਕਰਕੇ ਉਹ ਬੰਦੇ ਜਿਨ੍ਹਾਂ ਨੂੰ ਰੱਬ ਦਾ ਸ਼ੌਂਕ ਪੈਦਾ ਹੋ ਜਾਂਦਾ ਹੈ, ਉਹਦੀ ਬੰਦਗੀ ਦਾ, ਉਹਦੀ ਇਬਾਦਤ ਦਾ, ਤੇ ਉਹਨਾਂ ਦੇ ਬਚਨਾਂ ਤੋਂ ਸੱਚ ਦੀ, ਅੰਮ੍ਰਿਤ ਦੀ ਵਰਖਾ ਹੁੰਦੀ ਆ। ਉਹਨਾਂ ਦੇ ਦਰਸ਼ਨ ਕੀਤਿਆਂ ਅੱਖਾਂ ਨੂੰ ਠੰਡ ਪੈਂਦੀ ਆ, ਜਿਨ੍ਹਾਂ ਨੂੰ ਸ਼ੌਂਕ ਹੈ ਪਿਆਰੇ ਦੀ ਬੰਦਗੀ ਦਾ। ਇਹ ਕਹਿ ਰਹੇ ਨੇ ਮਹਾਰਾਜ, ਤਾਕੋ ਧੋਖਾ ਕਹਾਂ ਵਿਆਪੈ ਜਾਕੋ ਓਟ ਤੁਹਾਰੀ। ਉਹ ਬੰਦੇ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਜੋ ਬੰਦਗੀ ਕਰਦਾ ਹੈ। ਸੰਤ ਨੂੰ ਕਦੇ ਧੋਖਾ ਨਹੀਂ ਦਿੱਤਾ ਜਾ ਸਕਦਾ। ਜੇ ਹੋਇਆ ਹੋਵੇਗਾ ਨਾ ਤੇ ਉਹਨੇ ਤਰਸ ਕਰਕੇ ਖਾਧਾ ਹੋਵੇਗਾ। ਸੰਤ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਕਿਸੇ ਪਿਆਰੇ ਨੂੰ। ਜੇ ਹੋ ਗਿਆ ਨਾ ਉਹਦੇ ਨਾਲ ਤਾਂ ਸਮਝ ਲਿਓ ਉਹਨੇ ਜਾਣ ਬੁੱਝ ਕੇ ਖਾਧਾ ਹੋਵੇਗਾ। ਆਨੰਦਪੁਰ ਸਾਹਿਬ ਦੀ ਇਹ ਘਟਨਾ ਹੈ, ਆਨੰਦਾਂ ਦੀ ਪੁਰੀ ਦੀ। ਗੁਰੂ ਮਹਾਰਾਜ ਨੂੰ ਕਹਿ ਰਹੇ ਨੇ ਖਾਲਸਾ ਫੌਜ ਮਹਾਰਾਜ, ਉਹਨਾਂ ਨੇ ਆਪਣੀ ਕੁਰਾਨ ਦੀ ਕਸਮ ਖਾਧੀ ਆ, ਹਿੰਦੂਆਂ ਨੇ ਭਾਗਵਤ ਗੀਤਾ ਦੀ। ਦੋਨੋਂ ਹੀ ਪਾਵਨ ਕਿਤਾਬਾਂ ਨੇ, ਮੁਕੱਦਸ ਕਿਤਾਬ ਨੇ, ਪਵਿੱਤਰ ਸ਼ਬਦ ਆ ਉਹਨਾਂ 'ਚ, ਤੇ ਮਹਾਰਾਜ ਕਿਲਾ ਛੱਡ ਦਈਏ। ਗੁਰੂ ਸਾਹਿਬ ਜੀ ਕਹਿੰਦੇ ਨਹੀਂ ਨਹੀਂ, ਉਹਨਾਂ ਨੇ ਇਹ ਕਸਮਾਂ ਸਿਰਫ ਤੇ ਸਿਰਫ ਠੱਗਣ ਲਈ ਸਾਨੂੰ ਖਾਧੀਆਂ ਨੇ, ਜਾਣਦੇ ਸੀ।
ਪਰ ਸੰਗਤ ਕਹਿੰਦੀ ਮਹਾਰਾਜ ਨਹੀਂ, ਖਾਲਸਾ ਕਹਿ ਰਿਹਾ ਨਹੀਂ ਮਹਾਰਾਜ ਛੱਡ ਦਿਓ। ਤੇ ਜਦੋਂ ਇਦਾਂ ਫਿਰ ਗਧਿਆਂ ਤੇ ਖੱਚਰਾਂ ਤੇ ਕੂੜਾ ਕਰਕਟ ਭਰ ਕੇ ਭੇਜਿਆ ਸੀ ਤੇ ਨਾਲ ਮਸਾਲਾਂ ਜਗਾ ਕੇ ਸਿਰਫ ਪੁਰਾਣੀਆਂ ਲੀਰਾਂ ਬੰਨ੍ਹ ਕੇ, ਉਦੋਂ ਉਹਨਾਂ ਹਮਲਾ ਕੀਤਾ ਤੇ ਬੜੇ ਸ਼ਰਮਸਾਰ ਹੋਏ। ਕਹਿੰਦੇ ਸੀ ਖਜ਼ਾਨਾ ਗੁਰੂ ਗੋਬਿੰਦ ਸਿੰਘ ਜੀ ਦਾ ਲੁੱਟ ਲਓ ਤੇ ਵਿੱਚੋਂ ਲੀਰਾਂ ਨਿਕਲੀਆਂ। ਉਦੋਂ ਮਹਾਰਾਜ ਨੇ ਆਖਿਆ ਸੀ ਦੇਖੋ ਤੁਹਾਨੂੰ ਕਿਹਾ ਸੀ ਨਾ। ਇੱਦਾਂ ਹੀ ਸੰਤ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ, ਗੁਰੂ ਨੂੰ। ਜੇ ਹੋਇਆ ਹੈ ਨਾ, ਜੇ ਹੋਇਆ ਹੈ, ਉਹਨੇ ਤਰਸ ਕਰਕੇ ਖਾਧਾ ਹੈ, ਜਾਣ ਬੁੱਝ ਕੇ ਖਾਧਾ ਹੈ, ਅਗਲੀਆਂ ਪੀੜ੍ਹੀਆਂ ਨੂੰ ਦੱਸਣ ਲਈ ਕਿ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਮੱਸਿਆਵਾਂ ਆਉਣਗੀਆਂ ਪਰ ਉਹ ਮੇਰੇ ਤੋਂ ਵੱਡੀਆਂ ਨਹੀਂ ਹੋ ਸਕਦੀਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪੜ੍ਹਦੇ ਆ ਨਾ, ਹੌਸਲੇ ਜਿਹੜੇ ਨੇ ਬੁਲੰਦ ਹੋ ਜਾਂਦੇ ਨੇ, ਆਪਦੀਆਂ ਸਮੱਸਿਆਵਾਂ ਛੋਟੀਆਂ ਲੱਗਣ ਲੱਗ ਜਾਂਦੀਆਂ ਨੇ। ਅੱਗੇ ਵੀ ਮੈਂ ਇੱਕ ਵਾਰ ਜ਼ਿਕਰ ਕੀਤਾ ਇਸ ਗੱਲ ਦਾ ਪਿਆਰਿਓ, ਕਿ ਜੇ ਤੁਹਾਨੂੰ ਲੱਗਦਾ ਤੁਸੀਂ ਬਹੁਤ ਦੁਖੀ ਹੋ ਵੀ ਸਾਡੀ ਜ਼ਿੰਦਗੀ ਕਈ ਇੱਦਾਂ ਦੇ ਹੋ ਗਏ ਨੇ ਉਦਾਸ, ਤਾਂ ਤੁਹਾਨੂੰ ਉਸ ਹੌਸਪੀਟਲ ਦੇ ਵਿੱਚ ਜਾਣਾ ਚਾਹੀਦਾ ਹੈ ਜਿੱਥੇ ਝੁਲਸੇ ਹੋਏ ਤੇ ਜਲੇ ਹੋਏ ਲੋਕਾਂ ਦਾ ਇਲਾਜ ਹੁੰਦਾ ਹੈ। ਉਹ ਇੱਕ ਵਾਰਡ ਹੁੰਦਾ ਹਸਪਤਾਲ 'ਚ ਜਿੱਥੇ ਨਾ ਜਿਹੜੇ ਅੱਗ ਦੇ ਨਾਲ ਝੁਲਸ ਜਾਂਦੇ ਆ ਤੇ ਉਹਨਾਂ ਦਾ ਇਲਾਜ ਹੁੰਦਾ। ਉਹਨਾਂ ਨੂੰ ਦੇਖੋਗੇ ਨਾ ਜਾ ਕੇ, ਜਾਂ ਪਿੰਗਲਵਾੜੇ ਜਾਓਗੇ, ਤੁਸੀਂ ਕਹਿਣਾ ਮੇਰਾ ਦੁੱਖ ਤਾਂ ਕੁਝ ਵੀ ਨਹੀਂ, ਜ਼ੀਰੋ ਹੈ ਇਹਦੇ ਸਾਹਮਣੇ। ਇਸ ਕਰਕੇ ਮਹਾਰਾਜ ਸਾਨੂੰ ਕਹਿ ਰਹੇ ਨੇ ਕਿ ਪਿਆਰੇ ਨੂੰ ਭੁਲਾ ਕੇ, ਇਹ ਤਾਂ ਤਨ ਦੇ ਦੁੱਖ ਨੇ, ਇੱਕ ਆਤਮਾ ਦੀ ਪੀੜਾ ਹੈ, ਮਨ ਦੀ। ਸਭ ਕੁਝ ਪਾ ਕੇ ਵੀ ਕੁਝ ਨਹੀਂ ਪਾਇਆ, ਇਹ ਪੀੜਾ ਹੈ। ਸਭ ਕੁਝ ਪਾ ਲਿਆ, ਸਭ ਕੁਝ ਹੋ ਗਿਆ, ਪਰ ਫਿਰ ਵੀ ਕੁਝ ਨਹੀਂ ਹੋਇਆ। ਨਾ ਦੇਖने की तरह हमने जिंदगी देखी, चिराग बुझने लगा तब रोशनी देखी। असली चीज ਤਾਂ ਮਨ ਦੇ ਅੰਦਰ ਟਿਕਾ ਹੈ, ਅਸਲੀ ਦੌਲਤ। ਅਸਲੀ ਚੀਜ਼ ਕੀ ਆ? ਮਨ ਦਾ ਟਿਕਣਾ, ਮਨ ਦਾ ਟਿਕਾ। ਤੇ ਤੁਸੀਂ ਬਹੁਤ ਧੀਰਜ ਵਿੱਚ ਹੋ। ਹੁਣ ਤੁਹਾਨੂੰ ਕੋਈ ਤੱਤੀ ਤਵੀ ਤੇ ਬਿਠਾ ਰਿਹਾ, ਪਰ ਉਹਦੀ ਪਹੁੰਚ ਉੱਥੇ ਨਹੀਂ ਜਿੱਥੇ ਤੁਸੀਂ ਬੈਠੇ ਹੋ। ਹੁਣ ਕੋਈ ਬੰਦ ਕੱਟੇ ਜਾ ਰਹੇ ਆ, ਪਰ ਤੁਸੀਂ ਉੱਥੇ ਹੋ ਜਿੱਥੇ ਬਿਲਕੁਲ ਤੁਹਾਡੀ ਮੱਤ, ਬਿਲਕੁਲ ਤੁਹਾਡੀ ਸੁਰਤ ਅਡੋਲ ਆ। ਉੱਥੇ ਹੋ। ਤੁਹਾਨੂੰ ਚਰਖੜੀਆਂ ਤੇ ਚਾੜਿਆ ਜਾ ਰਿਹਾ, ਪਰ ਤੁਹਾਨੂੰ ਕੋਈ ਫਰਕ ਨਹੀਂ। ਇਹ ਸੁਰਤ ਦੀਆਂ ਖੇਡਾਂ ਨੇ ਪਿਆਰਿਓ, ਸਰੀਰਾਂ ਦੀਆਂ ਨਹੀਂ। ਕਿਉਂਕਿ ਮਨ ਨੇ ਹੀ ਸਰੀਰ ਨੂੰ ਚਲਾਉਣਾ ਹੈ, ਮਨ ਚਲਾਉਂਦਾ ਹੈ ਨਾ। ਇੱਦਾਂ ਫਿਰ ਮਹਾਰਾਜ ਕਹਿੰਦੇ ਬਹੁਤ ਰਾਜੇ ਵੱਡੇ ਵੱਡੇ ਆਏ, ਨਾਮ ਤੋਂ ਬਿਨਾਂ ਉਹ ਕਿਵੇਂ ਰੋਂਦੇ ਗਏ ਆ। ਗੁਰੂ ਨਾਨਕ ਸਾਹਿਬ ਜੀ ਦੱਸਦੇ ਨੇ, ਸਾਰਿਆਂ ਨੇ ਆਪਾਂ ਇਹ ਸ਼ਬਦ ਸੁਣਿਆ ਹੈ, ਨਾਨਕ ਦੁਖੀਆ ਸਭ ਸੰਸਾਰ। ਉਹਦਾ ਨਿਚੋੜ ਮਹਾਰਾਜ ਨੇ ਕਿਵੇਂ ਕੱਢਿਆ, ਕੁਝ ਉਦਾਹਰਨਾਂ ਦੇ ਦਿੱਤੀਆਂ, ਸਨਾਤਨ ਧਰਮ ਦੇ ਗ੍ਰੰਥਾਂ 'ਚੋਂ ਦੇ ਦਿੱਤੀਆਂ, ਕੁਝ ਰਾਜਿਆਂ ਦੀਆਂ ਦੇ ਦਿੱਤੀਆਂ, ਤੇ ਐਂਡ ਤੇ ਰਿਜ਼ਲਟ ਬੜਾ ਸੋਹਣਾ ਕੱਢਿਆ। ਕਹਿੰਦੇ ਸਹੰਸਰ ਦਾਨ ਦੇ ਇੰਦਰ ਰਵਾਇਆ। ਇੱਥੇ ਦੁਨੀਆ ਦੇ ਵਿੱਚ ਬੰਦਾ ਹੀ ਨਹੀਂ ਰੋਂਦਾ, ਦੇਵਤੇ ਵੀ ਰੋਂਦੇ ਨੇ। ਇੰਦਰ ਤੋਂ ਕੋਈ ਭੁੱਲ ਹੋ ਗਈ, ਵਾਸ਼ਨਾ ਦੇ ਅਧੀਨ ਹੋ ਕੇ ਗੌਤਮ ਰਿਸ਼ੀ ਨੇ ਉਹਨੂੰ ਸ਼ਰਾਪ ਦਿੱਤਾ, ਉਹ ਵੀ ਰੋਇਆ ਸੀ। ਇੱਥੋਂ ਸ਼ਬਦ ਸ਼ੁਰੂ ਹੁੰਦਾ ਰਾਮਕਲੀ ਦਾ, ਤੇ ਪਰਸ ਰਾਮ ਰੋਵੇ ਘਰ ਆਇਆ। ਪਰਸਰਾਮ ਸੀ ਤੇ ਉਹ ਚਾਹੁੰਦਾ ਸੀ ਮੈਂ ਸਾਰੇ ਖੱਤਰੀਆਂ ਨੂੰ ਮਾਰਦਾ। ਪਰਸਰਾਮ ਕਹਿੰਦਾ ਸੀ ਕਿ ਮੈਂ ਸਾਰੇ ਖੱਤਰੀ ਮਾਰ ਦੇਣੇ ਨੇ। ਜਦੋਂ ਮਾਰਨ ਲੱਗਾ ਹੈ ਕ੍ਰਿਸ਼ਨ ਨੂੰ, ਤੇ ਉਹਦਾ ਹਥਿਆਰ ਕੰਮ ਹੀ ਨਹੀਂ ਕੀਤਾ, ਉਹਦਾ ਬਲ ਖਿੱਚ ਲਿਆ ਕ੍ਰਿਸ਼ਨ ਨੇ, ਤੇ ਉਹ ਵੀ ਰੋਇਆ। ਇਹ ਮਹਾਰਾਜ ਉਦਾਹਰਨਾਂ ਦੇ ਰਹੇ ਨੇ। ਅਜੈ ਸੋ ਰੋਵੇ ਭੀਖਿਆ ਖਾਏ। ਜਿਹੜਾ ਅਜੈ ਸੀ ਨਾ, ਅਜੈ, ਉਹਨੇ ਕੀ ਕੀਤਾ, ਇੱਕ ਦਿਨ ਸਾਧੂ ਆਇਆ ਕੋਈ ਘਰੇ। ਇਹ ਉਦਾਹਰਨਾਂ ਹੀ ਨੇ ਸਿਰਫ, ਮੈਂ ਪਹਿਲਾਂ ਆਖਿਆ ਸੀ ਉਦਾਹਰਨਾਂ ਨਾਲ ਤੁਸੀਂ ਵੱਧ ਸਮਝਦੇ ਹੋ, ਤੇ ਮਹਾਰਾਜ ਨੇ ਵੀ ਉਹ ਦਿੱਤੀਆਂ ਬਾਣੀ ਵਿੱਚ, ਕਿਉਂਕਿ ਕਈ ਗੱਲਾਂ ਇੰਨੀਆਂ ਬਰੀਕ ਨੇ, ਸਿੱਧੀ ਨਹੀਂ ਸਮਝ ਲੱਗਦੀ। ਅਜੈ ਨਾਮ ਦਾ ਵਿਅਕਤੀ, ਉਹਦੇ ਘਰੇ ਤੇ ਕੋਈ
ਫਕੀਰ ਆਇਆ, ਉਹ ਕਹਿੰਦਾ ਮੈਨੂੰ ਕੁਝ ਦਿਓ ਜੀ। ਲੋਟਾ ਸੀ, ਉਹਨੇ ਗੰਦਗੀ ਸੀ ਘਰ ਵਿੱਚ, ਘੋੜਿਆਂ ਦੀ ਲਿੱਦ ਤੇ ਉਹ ਦੇਤੀ ਉਹਨੂੰ। ਇੰਨੀ ਅਪਮਾਨ ਕੀਤਾ। ਉਹੀ ਮੁੜ ਕੇ ਉਹਨੂੰ ਆਪਣਾ ਬੀਜਿਆ ਵੱਢਣਾ ਪਿਆ। ਜਦੋਂ ਆਪ ਉਹ ਗੰਦਗੀ ਖਾਣੀ ਪਈ ਉਦੋਂ ਉਹ ਵੀ ਰੋਇਆ ਸੀ। ਐਸੀ ਦਰਗਹਿ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ। ਜਦੋਂ ਰਾਮਚੰਦਰ ਨੂੰ ਬਨਵਾਸ ਦਿੱਤਾ ਗਿਆ, ਉਹਦਾ ਪਿਤਾ ਵੀ ਰੋਇਆ, ਰਾਮਚੰਦਰ ਵੀ ਰੋਇਆ। ਸੀਤਾ ਲਖਮਣ ਵਿਛੜ ਗਿਆ, ਲਖਮਣ ਵੀ ਰੋਇਆ, ਲਛਮਣ ਭਾਵ ਰੋਇਆ। ਸੀਤਾ ਵੀ ਰੋਈ, ਰਾਮ ਵੀ ਰੋਇਆ, ਕਿਉਂਕਿ ਉਹਨਾਂ ਦਾ ਜਦੋਂ ਵਿਛੋੜਾ ਹੋਇਆ, ਇੱਕ ਵਿਛੋੜਾ, ਇੱਕ ਦੁੱਖ ਭੂਖ, ਭੁੱਖ ਵਰਗਾ ਕੋਈ ਦੁੱਖ ਨਹੀਂ, ਵਿਛੋੜੇ ਵਰਗਾ ਕੋਈ ਦੁੱਖ ਨਹੀਂ, ਸਰੀਰ ਨੂੰ ਰੋਗ ਲੱਗ ਜੇ ਉਹਦੇ ਵਰਗਾ ਕੋਈ ਦੁੱਖ ਨਹੀਂ। ਤਿੰਨ ਦੁੱਖ ਵੱਡੇ ਹੁੰਦੇ ਨੇ। ਤਾਂ ਅੱਗੇ ਕਹਿੰਦੇ ਨੇ ਕਿ ਰੋਵੈ ਦਹਿ ਸਿਰ, ਦਹਿ ਸਿਰ ਦਸਾਂ ਸਿਰਾਂ ਵਾਲਾ, ਰੋਵੈ ਦਹਿ ਸਿਰ ਲੰਕ ਗਵਾਏ। ਇੱਥੇ ਬੰਦੇ ਨਹੀਂ ਰੋਂਦੇ, ਰਾਵਣ ਵੀ ਰੋਇਆ ਸੀ ਜਦੋਂ ਲੰਕਾ ਉਹਦੀ ਸੜੀ ਸੀ, ਸਭ ਕੁਝ ਗਵਾਉਣਾ ਪੈ ਗਿਆ, ਉਹ ਵੀ ਰੋਇਆ ਸੀ। ਜਿਸ ਸੀਤਾ ਆਦਿ ਡੋਰੂ ਵਾਏ, ਜਿਹਨੇ ਡਮਰੂ ਵਜਾ ਕੇ ਤੇ ਸੀਤਾ ਨੂੰ ਚਰਾ ਕੇ ਲਿਆਂਦਾ ਸੀ, ਉਹ ਵੀ ਰੋਇਆ ਸੀ। ਰੋਵੇ ਪਾਂਡਵ ਭਏ ਮਜੂਰ, ਜਿਨ ਕੈ ਸੁਆਮੀ ਰਹਿਤ ਹਦੂਰ। ਪਾਂਡਵ ਸੀ 5 ਭਰਾ ਤੇ ਉਹਨਾਂ ਕੋਲੇ ਕ੍ਰਿਸ਼ਨ ਜੀ ਸਦਾ ਹੀ ਰਹਿੰਦੇ ਸੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਨ ਕੈ ਸੁਆਮੀ ਰਹਿਤ ਹਦੂਰ, ਪਰ ਉਹ ਵੀ ਜੂਏ 'ਚ ਹਾਰ ਕੇ ਸਭ ਕੁਝ ਗਵਾ ਕੇ ਰੋਏ ਸੀ। ਇਸ ਕਰਕੇ ਰੋਵੈ ਜਨਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਪਿਆ। ਜਨਮੇਜੇ ਨੇ ਕੀ ਕੀਤਾ ਕਿ ਕੁਝ ਸਾਧੂਆਂ ਦਾ ਕਤਲ ਕਰ ਦਿੱਤਾ, ਫਕੀਰਾਂ ਦਾ, ਬ੍ਰਾਹਮਣਾਂ ਦਾ, ਪੰਡਤਾਂ ਦਾ। ਉਦੋਂ ਬਾਅਦ ਉਹਨੇ ਉਹਦਾ ਪਛਚਾਤਾਪ ਕਰਨ ਲਈ ਮਹਾਭਾਰਤ ਨੂੰ ਸੁਣਨ ਲੱਗਾ। ਜਦੋਂ ਕੋਈ ਕਥਾ ਸੁਣਾ ਰਿਹਾ ਸੀ, ਜਿੱਥੇ ਇੱਕ ਗੱਲ ਆਈ ਤੇ ਉਹਨੇ ਸ਼ੰਕਾ ਕੀਤਾ, ਉਹ ਮਹਾਭਾਰਤ ਵਿੱਚ ਜੋ ਲਿਖਿਆ, ਫਿਰ ਉਹਨੂੰ ਪਛਤਾਉਣਾ ਪਿਆ। ਰੋਵੈ ਜਨਮੇਜਾ ਖੋਏ ਗਿਆ, ਰੋਵੇ ਸ਼ੇਖ ਮਸਾਇਕ ਪੀਰ। ਦੁਨੀਆ 'ਚ ਬੰਦਾ ਹੀ ਨਹੀਂ ਰੋਂਦਾ, ਵੱਡੇ ਵੱਡੇ ਸ਼ੇਖ ਵੀ ਰੋਂਦੇ ਨੇ। ਸ਼ੇਖਾਂ ਕੋਲ ਬਹੁਤ ਪੈਸਾ ਹੁੰਦਾ। ਦੁਬਈ ਦੇ ਸਿੱਖਾਂ ਬਾਰੇ ਕਦੇ ਪੜ੍ਹਿਓ? ਇੰਨੇ ਅਮੀਰ ਆ, ਇਤਨੇ, ਮਤਲਬ ਜਿੰਨੀ ਸਾਡੀ ਸਾਰੀ ਜ਼ਿੰਦਗੀ ਦੀ ਕਮਾਈ ਆ ਓਨਾ ਉਹਨਾਂ ਦਾ ਇੱਕ ਦਿਨ ਦਾ ਖਰਚਾ ਹੁੰਦਾ। ਇੰਨੇ ਅਮੀਰ, ਉਹ ਵੀ ਰੋਂਦੇ ਨੇ। ਰੋਵੇ ਸ਼ੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੇ ਭੀੜ। ਉਹ ਕਹਿੰਦੇ ਨੇ ਅੰਤਲੇ ਸਮੇਂ ਵਿੱਚ ਕਿ ਇਹ ਜ਼ਿੰਦਗੀ ਨਹੀਂ ਸੀ, ਉਹ ਵੀ ਰੋਂਦੇ ਨੇ। ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭੀਖਿਆ ਪਾਏ। ਕੰਨ ਪਾਟੇ ਜੋਗੀ ਵੀ ਰੋਂਦੇ ਨੇ। ਘਰਾਂ ਘਰਾਂ 'ਚ ਜਾ ਕੇ ਨਾ ਗਜਾ ਕਰਨੀ ਪੈਂਦੀ ਉਹਨਾਂ ਨੂੰ, ਰੋਟੀ ਮੰਗਣੀ ਪੈਂਦੀ ਆ। ਕਦੇ ਕੋਈ ਦੇ ਦਿੰਦਾ, ਕਦੇ ਕੋਈ ਨਹੀਂ ਦਿੰਦਾ। ਰੋਵੇ ਕਿਰਪਨ ਸਾਂਚੇ ਧਨ ਜਾਏ। ਸੂਮ ਬੰਦਾ ਬਹੁਤ ਰੋਂਦਾ, ਸੂਮ ਬੰਦਾ, ਕੰਜੂਸ ਬੰਦਾ ਬਹੁਤ ਰੋਂਦਾ, ਬਹੁਤ ਰੋਂਦਾ ਜਦੋਂ ਪੈਸੇ ਜੋੜੇ ਹੋਏ ਖਰਚਣੇ ਪੈਂਦੇ ਨੇ। ਪੰਡਤ ਰੋਵੇ ਗਿਆਨ ਗਵਾਏ। ਵਿਦਵਾਨ ਬੰਦਾ ਵੀ ਰੋਂਦਾ ਹੈ। ਪਤਾ ਕਦੋਂ ਰੋਂਦਾ? ਜਦੋਂ ਉਹਦਾ ਗਿਆਨ ਕੰਮ ਨਹੀਂ ਕਰਦਾ ਕਿਸੇ ਤੇ, ਜਦੋਂ ਉਹਦਾ ਤਜਰਬਾ ਕਿਸੇ ਤੇ ਲਾਗੂ ਨਹੀਂ ਹੁੰਦਾ, ਉਦੋਂ ਉਹ ਰੋਂਦਾ ਹੈ। ਬਾਲੀ ਰੋਵੇ ਨਾਏ ਪਤਾਰ। ਇਸਤਰੀ ਉਦੋਂ ਰੋਂਦੀ ਆ, ਕੋਈ ਮੁਟਿਆਰ, ਜਦੋਂ ਉਹਦੇ ਸਿਰ ਤੇ ਪਤੀ ਦਾ ਸਾਇਆ ਨਹੀਂ ਰਹਿੰਦਾ। ਗੁਰੂ ਨਾਨਕ ਸਾਹਿਬ ਜੀ, ਬਾਲੀ ਰੋਵੇ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਇਸ ਕਰਕੇ ਭਗਤ ਫਰੀਦ ਜੀ ਕਹਿ ਰਹੇ ਨੇ, ਹੇ ਦਾਈ, ਹੇ ਦਾਈ। ਇੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ। ਹੇ ਦਾਈ, ਜਦੋਂ ਤੂੰ ਮੇਰਾ ਨਾੜੂ ਕੱਟਿਆ ਸੀ ਤੇ ਛੁਰੀ ਦੇ ਨਾਲ ਜਰਾ ਕੁ ਗਲੇ ਤੇ ਵੀ ਫੇਰ ਦਿੰਦੀ ਤਾਂ ਚੰਗਾ ਹੁੰਦਾ, ਆ ਦੁੱਖ ਨਾ ਹੁੰਦੇ ਮੈਨੂੰ। ਪਰ ਬਾਅਦ ਵਿੱਚ ਕਹਿੰਦੇ ਨਹੀਂ, ਮੈਂ ਇਕੱਲਾ ਦੁਖੀ ਨਹੀਂ, ਸਾਰੇ ਹੀ ਦੁਖੀ ਨੇ। ਕੀ ਤੋਂ ਬਿਨਾਂ, ਬੰਦਗੀ ਬਿਨਾਂ। ਹੁਣ ਉਹ ਰਿਜ਼ਲਟ ਕੱਢਿਆ ਹੈ, ਨਾਨਕ ਦੁਖੀਆ ਸਭ ਸੰਸਾਰ। ਤਾਂ ਹੈ ਹੀ। ਅੱਗੇ ਬੜੀ ਸੋਹਣੀ ਪੰਗਤੀ ਆ, ਇੱਥੇ ਅੱਗੇ ਜਾ ਕੇ ਪੂਰੀ ਹੁੰਦੀ ਹੈ। ਮੰਨੇ ਨਾਉ ਸੋਈ ਜਿਣ ਜਾਏ। ਜਿਹੜੇ ਨਾਮ ਨੂੰ ਨਾਮ ਕਰਕੇ ਮੰਨ ਲੈਂਦੇ ਨੇ,
ਗੁਰੂ ਪਿਆਰਿਓ ਉਹ ਬਾਜੀ ਜਿੱਤ ਜਾਂਦੇ ਨੇ, ਉਹ ਰੋਂਦੇ ਨਹੀਂ। ਇੱਥੇ ਪੂਰੀ ਹੁੰਦੀ ਹੈ ਪੰਗਤੀ, ਮੰਨੇ ਨਾਉ, ਜਿਹੜੇ ਨਾਮ ਨੂੰ ਨਾਮ ਕਰਕੇ ਮੰਨ ਲੈਂਦੇ ਨੇ, ਸੋਈ ਜਿਣ ਜਾਏ ਔਰੀ ਕਰਮ ਨ ਲੇਖੈ ਪਾਏ। ਬੰਦੇ ਦੇ ਹੋਰ ਜਿਹੜੇ ਕਰਮ ਨੇ ਉਹ ਕੰਮ ਨਹੀਂ ਆਉਂਦੇ। ਜਦੋਂ ਅਧਿਆਤਮ ਸਪਿਰਿਚੁਅਲ ਲਾਈਫ ਦੇ ਵਿੱਚ ਉਚਾਈਆਂ ਛੂਹਣੀਆਂ, ਉਦੋਂ ਦੀ ਗੱਲ ਆ। ਉਦੋਂ ਹੋਰ ਕੰਮ ਨਹੀਂ ਕੰਮ ਆਉਂਦੇ, ਉਦੋਂ ਨਾਮ ਕੰਮ ਆਉਂਦਾ ਹੈ। ਇੱਕ ਸਾਖੀ ਬੜੀ ਪਿਆਰੀ ਆ, ਤੁਹਾਨੂੰ ਹੋਰ ਸਮਝ ਆ ਜਾਏਗੀ। ਦੁਨੀਆ ਨੂੰ ਤਾਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਪਿੱਛੇ ਪਿੱਛੇ ਉਹਨਾਂ ਦੇ ਪਿਆਰੇ ਸਾਥੀ, ਮੋਢਿਆਂ ਤੇ ਰਬਾਬ ਟੰਗੀ ਹੋਈ ਹੈ। ਅੱਗੇ ਅੱਗੇ ਗੁਰੂ ਨਾਨਕ ਜੀ ਨੇ ਇੱਕ ਬੜੀ ਉਜਾੜ ਜੀ ਆ, ਉੱਥੇ ਪਹੁੰਚੇ ਨੇ। ਇੱਕ ਉਜਾੜ ਹੈ, ਉੱਥੇ ਪਹੁੰਚ ਗਏ ਨੇ। ਇਹ ਜਨਮ ਸਾਖੀ ਵਿੱਚ ਲਿਖਿਆ, ਪੁਰਾਤਨ ਜਨਮ ਸਾਖੀਆਂ ਵਿੱਚ ਵੀ ਆ, ਭਾਈ ਮਿਹਰਬਾਨ ਵਾਲੀ ਸਾਖੀ ਵਿੱਚ ਵੀ ਆ, ਗੁਰੂ ਨਾਨਕ ਪ੍ਰਕਾਸ਼ ਵਿੱਚ ਵੀ ਆ। ਜੇ ਤੁਸੀਂ ਪੜ੍ਹਨਾ ਹੋਵੇ, ਮੈਂ ਤਾਂ ਕਹਿ ਰਿਹਾ, ਇਹ ਨਹੀਂ ਕਹਿ ਰਿਹਾ ਕਿ ਮੈਂ ਇੰਨੇ ਪੜ੍ਹੇ ਹੋਏ ਨੇ ਤੇ ਤੁਹਾਨੂੰ ਦੱਸ ਰਿਹਾ ਵੀ ਤੁਸੀਂ ਪੜ੍ਹ ਸਕੋਗੇ। ਪੜ੍ਹਨੀਆਂ ਚਾਹੀਦੀਆਂ ਕਿਤਾਬਾਂ। ਇੱਦਾਂ ਗੁਰੂ ਨਾਨਕ ਜੀ ਜਦੋਂ ਗਏ, ਭਾਈ ਸਾਹਿਬ ਜੀ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਬੜੀ ਉਜਾੜ ਆ, ਬੜੀ ਉਜਾੜ ਆ, ਇੱਥੇ ਤਾਂ ਕੋਈ ਨਹੀਂ ਦਿਖਦਾ। ਸਤਿਗੁਰ ਕਹਿਣ ਲੱਗੇ, ਉਜਾੜ ਤਾਂ ਉਹ ਹੁੰਦੀ ਆ ਜੇ ਮਨ ਨਾਹੀ ਨਾਉ, ਸੰਤਨ ਕੀ ਝੁੱਗੀਆਂ ਪੜੀ। ਉਜਾੜ ਤਾਂ ਉਹ ਹੁੰਦੇ ਆ, ਪਿੰਡ ਸ਼ਹਿਰ ਜਿੱਥੇ ਪਿਆਰੇ ਦੀ ਯਾਦ ਨਹੀਂ ਹੁੰਦੀ। ਉਹ ਸਰੀਰ ਵੀ ਉਜਾੜ ਹੁੰਦਾ, ਸ਼ਮਸ਼ਾਨ ਘਾਟ ਹੁੰਦਾ। ਇਸ ਕਰਕੇ ਉੱਥੋਂ ਅੱਗੇ ਜਾਂਦੇ ਨੇ, ਕੀਰਤਨ ਕਰਦੇ 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 ਇੱਕ ਪਿੰਡ ਆਉਂਦਾ ਹੈ। ਉਹ ਪਿੰਡ ਨਾ ਠੱਗਾਂ ਦਾ ਪਿੰਡ ਸੀ। ਉਹ ਪਿੰਡ ਵਿੱਚ ਇੱਕ ਠੱਗ ਨਹੀਂ ਸੀ, ਸਾਰੇ ਰਲੇ ਹੋਏ ਸੀ। ਜਿੰਨੇ ਸੀ ਸਾਰਿਆਂ ਦੀ ਇੱਕ ਪਲੈਨਿੰਗ ਹੁੰਦੀ ਸੀ, ਯੋਜਨਾ ਹੁੰਦੀ ਸੀ ਕਿ ਕੋਈ ਪਿੰਡ 'ਚ ਆਊਗਾ, ਆਪਾਂ ਉਹਨੂੰ ਠੱਗਾਂਗੇ। ਜਿੰਨੇ ਪੈਸੇ ਬਣ ਗਏ ਨਾ ਤੇ ਵੰਡ ਲੈਣੇ ਆ ਸਾਰਿਆਂ ਨੇ, ਡਿਵਾਈਡ ਕਰ ਲੈਣੇ ਆਪਸ ਵਿੱਚ। ਇੱਦਾਂ ਦਾ ਉਹਨਾਂ ਦਾ ਪ੍ਰਯੋਜਨ ਹੁੰਦਾ ਸੀ। ਮਹਾਰਾਜ ਗਏ, ਸਤਿਗੁਰੂ ਜੀ ਨੂੰ ਇੱਕ ਠੱਗ ਨੇ ਘਰੇ ਬੁਲਾਇਆ, ਬਿਠਾਇਆ ਤੇ ਸਤਿਗੁਰ ਕੀਰਤਨ ਕਰਦੇ ਰਹੇ। ਉਡੀਕੀ ਗਿਆ ਕਦੋਂ ਸੌਣਗੇ। ਸੌਣ ਤੇ ਲੁੱਟੀਏ ਇਹਨਾਂ ਨੂੰ। ਇਹ ਸੌਣ ਤੇ ਮਹਾਰਾਜ ਸੌ ਨਹੀਂ ਰਹੇ, ਕੀਰਤਨ ਕਰ ਰਹੇ ਨੇ। ਭਾਈ ਸਾਹਿਬ ਜੀ ਰਬਾਬ ਵਜਾ ਰਹੇ ਨੇ। ਕੁਦਰਤੀ ਤੌਰ ਤੇ ਮਹਾਰਾਜ ਨੂੰ ਤਾਂ ਨੀਂਦ ਨਹੀਂ ਆਈ, ਇਹ ਠੱਗ ਹੀ ਸੌਂ ਗਿਆ, ਇਹਨੂੰ ਨੀਂਦ ਆ ਗਈ, ਇਹ ਸੌਂ ਗਿਆ। ਸਤਿਗੁਰੂ ਜੀ ਸਵੇਰ ਵੇਲੇ ਉੱਠ ਕੇ ਚਲੇ ਗਏ। ਬਾਕੀ ਠੱਗ ਜਿਹੜੇ ਪਿੰਡ ਦੇ ਲਾਹਨਤਾਂ ਪਾਉਣ, ਕਹਿੰਦੇ ਇੱਕ ਤੇਰੇ ਕੋਲੇ ਲੁੱਟਣ ਦਾ ਵਸੀਲਾ ਸੀ, ਤੂੰ ਲੁੱਟਿਆ ਕਿਉਂ ਨਹੀਂ? ਉਹ ਕਹਿੰਦਾ ਮੈਨੂੰ ਨੀਂਦ ਆ ਗਈ। ਕਹਿੰਦੇ ਹਜੇ ਪਿੰਡੋਂ ਦੂਰ ਹੀ ਗਏ ਨੇ ਤੇ ਆਪਾਂ ਪਿੱਛੇ ਪਿੱਛੇ ਜਾਂਦੇ ਹਾਂ। ਤੇ ਨੌਜਵਾਨ ਇਕੱਠੇ ਹੋ ਕੇ ਚਲੇ ਗਏ ਤੇ ਆਪਣੇ ਕਹਿਣ ਲੱਗੇ, ਤੁਹਾਨੂੰ ਮਾਰ ਦੇਣਾ ਅਸੀਂ ਤਾਂ ਇੱਕ ਠੱਗ ਹਾਂ, ਇਹ ਠੱਗਾਂ ਦਾ ਪਿੰਡ ਆ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਤੁਸੀਂ ਸਾਨੂੰ ਲੁੱਟਣਾ ਚਾਹੁੰਦੇ ਹੋ ਤੇ ਅਸੀਂ ਲੁਟਾਉਣਾ ਚਾਹੁੰਦੇ ਹਾਂ। ਅਸੀਂ ਵੀ ਚਾਹੁੰਦੇ ਹਾਂ ਤੁਸੀਂ ਸਾਨੂੰ ਲੁੱਟ ਲਵੋ। ਭਾਈ ਸਾਹਿਬ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਇਹਨਾਂ ਨੂੰ ਰਬਾਬ ਦੇ ਦਈਏ, ਇਹਨਾਂ ਨੂੰ ਕਿਹੜਾ ਵਜਾਉਣੀ ਆਉਂਦੀ ਆ। ਜਨਮ ਸਾਖੀ 'ਚ ਇੱਦਾਂ ਲਿਖਿਆ ਹੈ, ਕਹਿੰਦੇ ਇਹਨਾਂ ਨੂੰ ਰਬਾਬ ਦੇ ਦਿੰਦੇ ਆ। ਇਹਨੂੰ ਲੱਗਦਾ ਪਤਾ ਨਹੀਂ ਆ ਜੋ ਬੰਨਿਆ ਹੈ ਕੱਪੜੇ ਵਿੱਚ ਖਣੀ ਕਿੰਨੇ ਕੁ ਪੈਸੇ, ਤਾਂ ਰਬਾਬ ਆਪਣੀ। ਸਤਿਗੁਰ ਕਹਿੰਦੇ ਨਹੀਂ, ਇਹ ਜੰਗਲ ਆ, ਇਹ ਉਜਾੜ ਹੈ। ਇਹਨਾਂ ਨੂੰ ਮੈਂ ਇਹ ਆਖਦਾ ਹਾਂ ਕਿ ਸਾਨੂੰ ਲੁੱਟ ਲਓ ਤੇ ਸਾਨੂੰ ਮਾਰ ਦਿਓ, ਪਰ ਆਖਰੀ ਇੱਛਾ ਸਾਡੀ ਇਹੀ ਆ ਕਿ ਸਾਡਾ ਸਰੀਰ ਨਾ ਇੱਥੇ ਰੁਲੇ ਜੰਗਲਾਂ 'ਚ, ਪੰਛੀ ਨਾ ਖਾਣ, ਜਾਨਵਰ ਨਾ ਖਾਣ। ਤੇ ਪਹਿਲਾਂ ਅੱਗ ਦਾ ਪ੍ਰਬੰਧ ਕਰ ਦਿਓ, ਸਾਡੀਆਂ ਦੇਹਾਂ ਦਾ ਸੰਸਕਾਰ ਕਰਿਓ, ਮਾਰ ਦਿਓ, ਸਾਨੂੰ ਲੁੱਟ ਲਓ, ਪਰ ਆਹ ਇੱਛਾ ਸਾਡੀ ਪੂਰੀ ਕਰੋ। ਤੇ ਗੁਰੂ ਨਾਨਕ ਸਾਹਿਬ ਜੀ ਨੇ ਉਂਗਲ ਕੀਤੀ ਆ। ਜੰਗਲ ਦੇ ਵਿੱਚ ਇੱਕ ਚਿਖਾ ਬਲ ਰਹੀ ਸੀ, ਉਦੋਂ ਚਿਖਾ ਬਲ ਰਹੀ ਸੀ। ਉਂਗਲ ਕੀਤੀ, ਮਹਾਰਾਜ ਕਹਿੰਦੇ ਉਹ ਦੇਖੋ ਉਹ ਅੱਗ ਬਲ ਰਹੀ ਆ ਨਾ, ਤੇ ਅੱਗ ਲਿਆਓ ਜਿੱਧਰੋਂ ਧੂੰਆਂ ਉੱਠਦਾ ਹੈ ਤੇ ਉਹਦੇ ਨਾਲ ਸਾਡਾ ਬਾਅਦ 'ਚ ਸੰਸਕਾਰ ਕਰ ਦਿਓ। ਲੁੱਟ ਲਓ, ਮਾਰ ਲਓ, ਮੈਂ ਖੁਦ ਲੁਟਾਉਣ ਆਇਆ ਹਾਂ। ਉਹ ਜਾਂਦੇ ਨੇ ਜਿਹੜੇ ਠੱਗ ਨੇ,
ਰਾਜ ਗੱਲਾਂ ਕਰਦੇ ਨੇ ਕਿ ਇਹ ਮੌਤ ਤੋਂ ਡਰਦੇ ਨਹੀਂ ਨੇ। ਬਿਲਕੁਲ ਜਦੋਂ ਅੱਗ ਲੈਣ ਜਾਂਦੇ ਨੇ ਨਾ, ਤੇ ਉਹ ਚਿਖਾ ਦਾ ਜਿਹੜਾ ਦ੍ਰਿਸ਼ ਆ, ਹੋ ਸਕਦਾ ਵੀ ਸਾਡਾ ਮਨ ਇਹ ਗੱਲ ਨੂੰ ਕਬੂਲ ਨਾ ਕਰੇ। ਅਸੀਂ ਬਹੁਤ ਤਰਕਵਾਦੀ ਹੋ ਗਏ, ਗੁਰੂ ਨਾਨਕ ਸਾਹਿਬ 'ਤੇ ਯਕੀਨ ਨਹੀਂ ਰਿਹਾ ਉੱਦਾਂ ਅੱਜ, ਅਤੇ ਤਾਂ ਹੀ ਅੰਦਰੋਂ ਅਧੂਰੇ ਹਾਂ, ਪੂਰੇ ਨਹੀਂ ਹੋ ਸਕਦੇ। ਤਾਂ ਉਹ ਚਿਖਾ ਸੀ ਨਾ ਜਿਹੜੀ, ਉਹਦੇ ਵਿੱਚ ਜਿਹੜਾ ਸ਼ਵ ਜਲ ਰਿਹਾ ਸੀ, ਜਿਹੜਾ ਸਰੀਰ, ਉਹਦੀ ਆਤਮਾ ਅਤੇ ਕੁਝ ਬਹੁਤ ਸ਼ੈਤਾਨ ਉਹਨਾਂ ਨਾਲ ਵਾਰਤਾ ਹੋ ਰਹੀ ਆ ਉਹਦੀ, ਉਹ ਖਿੱਚ ਰਹੇ ਆ ਉਹਨੂੰ, ਧੂ ਰਹੇ ਆ, ਲਿਜਾ ਰਹੇ ਆ। ਇਹ ਅਜੇ ਉੱਥੇ ਪਹੁੰਚੇ ਨੇ, ਦੇਖਿਆ ਉਹ ਸੂਖਮ ਸਰੀਰ ਨੂੰ ਪਰੇਸ਼ਾਨ ਕਰ ਰਹੇ ਆ ਅਤੇ ਬਹੁਤ ਜ਼ਿਆਦਾ ਧੂ ਰਹੇ ਨੇ, ਖਿੱਚਾ ਧੂਈ ਹੋ ਰਹੀ ਆ। ਉਸ ਤੋਂ ਕੁਝ ਪਲਾਂ ਬਾਅਦ ਹੀ ਤੇ ਇੱਕ ਸੁਜਾਨ, ਦੋ ਬੜੇ ਦੇਵਤੇ ਆ ਕੇ ਉਹ ਰੂਹ ਨੂੰ ਲੈ ਜਾਂਦੇ ਨੇ। ਇਹ ਜਿਹੜੇ ਠੱਗ ਨੇ ਪੁੱਛਦੇ ਨੇ, ਇਹ ਪਹਿਲਾਂ ਖਿੱਚਾ ਧੂਈ ਹੋਈ, ਇੱਕਦਮ ਹੀ ਸਿੰਘਾਸਨ 'ਤੇ ਬਿਠਾ ਦਿੱਤਾ, ਇਹ ਹੋ ਕੀ ਰਿਹਾ ਸਮਝ ਨਹੀਂ ਆਈ। ਉਹ ਕਹਿਣ ਲੱਗੇ ਇਹ ਜਿਹੜਾ ਸਰੀਰ ਸੀ ਚਿਤਾ ਵਿੱਚ ਬਲ ਰਿਹਾ, ਇਹ ਇੱਕ ਚੋਰ ਦਾ, ਠੱਗ ਦਾ ਸਰੀਰ ਸੀ, ਜਿਹਨੇ ਲੋਕਾਂ ਨੂੰ ਬਹੁਤ ਠੱਗਿਆ, ਬਹੁਤ ਜ਼ਿਆਦਾ ਧੋਖਾ ਦਿੱਤਾ, ਧੋਖੇਬਾਜ਼। ਅਤੇ ਇਹਨੂੰ ਮਰਨ ਤੋਂ ਬਾਅਦ ਲਿਜਾ ਰਹੇ ਸੀ ਨਰਕਾਂ ਦੇ ਵਿੱਚ। ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਉਂਗਲੀ ਕਰ ਦਿੱਤੀ ਇਹਦੇ ਵੱਲ ਕਿ ਉਹ ਦੇਖੋ ਉੱਧਰੋਂ ਅੱਗ ਲੈ ਆਓ, ਉਦੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੀ ਕੀਤੀ ਹੋਈ ਉਂਗਲ ਦੇ ਨਾਲ ਇਹਦੇ ਲੇਖ ਜਿਹੜੇ ਨੇ ਉਹ ਬਦਲ ਗਏ। ਬਸ ਉਹਨਾਂ ਉਂਗਲੀ ਕੀਤੀ ਕਿ ਉਹ ਦੇਖੋ ਅੱਗ ਬਲਦੀ ਆ ਅਤੇ ਉੱਧਰੋਂ ਲਿਆਓ, ਬਸ ਉਹ ਉਂਗਲ ਕੀਤੀ ਹੋਈ ਹੀ ਇਹਦੇ ਲੇਖਾਂ ਨੂੰ ਬਦਲ ਗਈ ਆ, ਜਿਹਦੇ ਕਰਕੇ ਹੁਣ ਇਹਨੂੰ ਜਮਕਾ ਠੇਂਗਾ ਨਹੀਂ ਸਹਿਣਾ ਪੈਣਾ। ਹੁਣ ਇਹਦੀ ਜ਼ਿੰਦਗੀ ਜਨਮ ਤੇ ਮਰਨ ਮੁੱਕ ਗਿਆ ਹੈ। ਉਹ ਠੱਗ ਕਹਿੰਦੇ ਉਹ ਗੁਰੂ ਨਾਨਕ ਨੇ ਜਿਨ੍ਹਾਂ ਨੂੰ ਅਸੀਂ ਮਾਰਨਾ ਚਾਹੁੰਦੇ ਹਾਂ। ਫਿਰ ਮੁੜੇ, ਫਿਰ ਮਹਾਰਾਜ ਨੂੰ ਆ ਕੇ ਕਿਹਾ ਸਤਿਗੁਰੂ ਜੀ ਸਾਨੂੰ ਬਖਸ਼ ਲਓ, ਸਾਨੂੰ ਸਮਝ ਨਹੀਂ ਸੀ ਤੁਸੀਂ ਗੁਰੂ ਨਾਨਕ ਹੋ। ਸਾਰਾ ਲੁੱਟਿਆ ਧਨ ਲਿਆ ਕੇ ਅੱਗੇ ਰੱਖਿਆ ਮਹਾਰਾਜ ਦੇ। ਸਤਿਗੁਰ ਕਹਿੰਦੇ ਇਹਦੇ ਨਾਲ ਪਿੰਡ ਵਿੱਚ ਇੱਕ ਧਰਮਸਾਲ ਬਣਾਓ, ਉਹਦੇ ਵਿੱਚ ਸਵੇਰ ਸ਼ਾਮ 24 ਘੰਟੇ ਹੁੰਦੇ ਨੇ, 1 ਘੰਟਾ ਸਵੇਰੇ, 1 ਘੰਟਾ ਸ਼ਾਮੀ, 22 ਘੰਟੇ ਪਰਿਵਾਰ ਨੂੰ ਦੇ ਦਿਓ, 22 ਘੰਟੇ ਕੰਮਾਂ ਕਾਰਾਂ ਨੂੰ ਦੇ ਦਿਓ, ਕੁਝ ਨੀਂਦ ਨੂੰ ਦੇ ਦਿਓ, ਖਾਣ ਪੀਣ ਨੂੰ ਦੇ ਦਿਓ, 1 ਘੰਟਾ ਸੁਬਾਹ, 1 ਘੰਟਾ ਸ਼ਾਮੀ, ਸੂਰਜ ਚੜ੍ਹਨ ਤੋਂ ਪਹਿਲਾਂ, 1 ਘੰਟਾ ਸੂਰਜ ਡੁੱਬਣ ਤੋਂ ਬਾਅਦ ਦੇ ਦਿਓ। ਅਤੇ ਤੁਹਾਡਾ ਠੱਗਾਂ ਦਾ ਪਿੰਡ ਜਿਹੜਾ ਹੈ ਇਹ ਠੱਗਾਂ ਦਾ ਨਹੀਂ ਰਹੇਗਾ, ਇਹ ਸਾਧੂਆਂ ਦਾ ਹੋ ਜਾਏਗਾ। ਧਰਮਸਾਲ ਬਣੀ, ਠੱਗਾਂ ਦਾ ਉਧਾਰ ਹੋਇਆ। ਇਹਨੂੰ ਠੱਗਾਂ ਦਾ ਪਿੰਡ ਕਹਿੰਦੇ ਸੀ ਸਾਰੇ ਪਾਸੇ, ਉਹ ਸਾਧੂਆਂ ਦਾ ਪਿੰਡ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਦੇ ਕੀਤੇ ਹੋਏ ਇੱਕ ਇਸ਼ਾਰੇ ਦੇ ਨਾਲ। ਸੋ ਰੱਬ ਦਾ ਸ਼ੌਂਕ ਜਿਹਦੇ ਗਲੇ ਦਾ ਹਾਰ ਬਣ ਜਾਂਦਾ ਹੈ। ਦੁਨੀਆ 'ਚ ਬੜੇ ਸ਼ੌਂਕ ਨੇ, ਮਹਿੰਗੇ ਕੱਪੜੇ, ਬ੍ਰੈਂਡਡ ਅਤੇ ਮਹਿੰਗੇ ਫੋਨ, ਗੱਡੀਆਂ, ਸੋਹਣੇ ਘਰ, ਇੱਦਾਂ ਸਜਣ ਫਵਣ ਦਾ ਬੜੇ ਸ਼ੌਂਕ ਨੇ। ਭਾਈ ਨੰਦ ਲਾਲ ਜੀ ਕਹਿੰਦੇ ਬੰਦਿਆ, ਜੇ ਤੈਨੂੰ ਇੱਕ ਸ਼ੌਂਕ, ਰੱਬ ਦਾ ਸ਼ੌਂਕ ਪੈਦਾ ਹੋ ਜਾਵੇ, ਰੱਬ ਦਾ ਸ਼ੌਂਕ ਜਿਹਦੇ ਗਲੇ ਦਾ ਹਾਰ ਬਣ ਜਾਂਦਾ ਹੈ, ਜ਼ੁਬਾਨ ਦੇ ਨਾਲ ਜੋ ਵਾਹਿਗੁਰੂ ਵਾਹਿਗੁਰੂ ਜਪਣਾ ਜਿਹਦਾ ਸ਼ੌਂਕ ਹੁੰਦਾ ਹੈ, ਉਹ ਨਾ ਚੀਜ਼ ਵੀ ਸਿਆਣਾ ਤੇ ਮਦੱਬਰ ਬਣ ਜਾਂਦਾ ਹੈ। ਉਹ ਨਾ ਕੁਝ ਬੰਦਾ ਵੀ ਨਾ ਬੜਾ ਕੁਝ ਹੋ ਜਾਂਦਾ ਹੈ। ਇਸ ਕਰਕੇ ਜਦੋਂ ਰੱਬ ਦਾ ਸ਼ੌਂਕ ਤੇਰਾ ਸਹਾਈ ਹੋਵੇ ਤਾਂ ਉਦੋਂ ਤੂੰ ਜਰਾ ਵੀ ਆ ਨਾ, ਇੱਕ ਰੇਤ ਦਾ ਕਿਣਕਾ ਵੀ, ਪਰ ਤੇਰਾ ਨੂਰ ਸੂਰਜ ਜਿੰਨਾ ਹੋਵੇਗਾ। ਜੋ ਤੂੰ ਬੰਦਿਆ ਕਹੇਗਾ ਉਹਦੇ ਵਿੱਚ ਅੰਮ੍ਰਿਤ ਵਰਗਾ ਰਸ ਹੋਵੇਗਾ। ਤੇਰੇ ਦੀਦਾਰ ਹੀ ਗੁਰੂ ਦੇ ਦੀਦਾਰ ਹੋਣਗੇ। ਤੈਨੂੰ ਦੇਖ ਕੇ ਸਾਹਮਣੇ ਵਾਲੇ ਨੂੰ ਗੁਰੂ ਦੀ ਯਾਦ ਆਵੇਗੀ। ਇੱਕ ਅਰਦਾਸ ਅਸੀਂ ਕਰਦੇ ਹਾਂ ਕਿ ਵਾਹਿਗੁਰੂ ਉਹ ਪਿਆਰੇ ਮੇਲੀ ਜਿਨ੍ਹਾਂ ਨੂੰ ਮਿਲ ਕੇ ਤੇ ਤੇਰੀ ਯਾਦ ਆਵੇ। ਇਹ ਵੀ ਕਹਿਣਾ ਚਾਹੀਦਾ ਹੈ, ਵਾਹਿਗੁਰੂ ਮੈਨੂੰ ਇਹੋ ਜਿਹਾ ਬਣਾਈ ਕਿ ਮੈਨੂੰ ਵੇਖ ਕੇ ਤੇਰਾ ਚੇਤਾ ਆਵੇ ਕਿਸੇ ਨੂੰ। ਸਾਨੂੰ ਉਹ ਬਣਨਾ ਚਾਹੀਦਾ ਕਿ ਸਾਨੂੰ ਵੇਖ ਕੇ ਕਿਸੇ ਨੂੰ ਗੁਰੂ ਦੀ ਯਾਦ ਆਵੇ।
ਕਿਸੇ ਦੀ ਅਰਦਾਸ ਪੂਰੀ ਹੋਵੇਗੀ। ਐਵੇਂ ਸਿੱਖਾਂ ਦੀ ਅਰਦਾਸ ਇਹ ਆ ਕਿ ਉਹੀ ਪਿਆਰੇ ਪਿਆਰੇ ਜਿਹੜੇ ਰੂਹਾਂ ਨੇ ਉਹਨਾਂ ਨੂੰ ਮਿਲਾਈ, ਜਿਨ੍ਹਾਂ ਨੂੰ ਮਿਲ ਕੇ ਤੇਰੀ ਯਾਦ ਅੰਦਰ ਚੱਲੇ। ਇਹੀ ਹੈ ਨਾ। ਤੇ ਤੁਸੀਂ ਉਹ ਕਿਉਂ ਨਹੀਂ ਬਣ ਜਾਂਦੇ? ਮਹਾਰਾਜ ਕਹਿੰਦੇ ਕਿ ਤੁਹਾਨੂੰ ਵੇਖ ਕੇ ਗੁਰੂ ਦੀ ਯਾਦ ਆਵੇ। ਮੈਂ ਉਹਨਾਂ ਦੇ ਵਰਗਾ ਬਣਨਾ ਚਾਹੁੰਦਾ ਹਾਂ ਜਿਹੜੇ ਆਪਣੇ ਹਾਲ 'ਚ ਰਾਜੀ ਰਹਿੰਦੇ ਨੇ। ਕੀ ਹੋਇਆ ਕੀ ਹੋਣਾ ਕਦੀ ਵੀ ਸੋਚਣ ਨਾ, ਜੋ ਕੁਝ ਹੋਇਆ ਵਧੀਆ ਹੀ ਵਧੀਆ, ਵਧੀਆ ਹੀ ਵਧੀਆ ਕਹਿੰਦੇ ਨੇ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਬਿਨਾਂ ਵਾਹਿਗੁਰੂ ਤੋਂ, ਉਹਦੀ ਬੰਦਗੀ ਤੋਂ ਤੇ ਜੀਵਨ ਜਿਉਣਾ ਸੱਪ ਦੇ ਵਾਂਗ ਹੈ। ਭਾਵੇਂ ਤੁਸੀਂ 100 ਸਾਲ ਜਿਉ ਲਓ, ਉਹਦੇ ਵਿੱਚ ਕੋਈ ਪਿਆਰ ਨਹੀਂ ਹੋਣਾ। ਜ਼ਹਿਰ ਹੀ ਜ਼ਹਿਰ ਹੋਵੇਗੀ, ਜ਼ਹਿਰ ਹੀ ਜ਼ਹਿਰ ਹੋਵੇਗੀ। ਮੁਹੱਬਤ ਕੋਈ ਟਿਸ਼ੂ ਪੇਪਰ ਨਹੀਂ ਕਿ ਗੁਰੂ ਤੋਂ ਕੋਈ ਕੰਮ ਪਿਆ ਤੇ ਉਦੋਂ ਹੀ ਗੁਰੂ ਨੂੰ ਯਾਦ ਕਰ ਲਿਆ। ਮੁਹੱਬਤ ਕੋਈ ਗੁਰੂ ਨਾਲ ਪਿਆਰ ਕੋਈ ਟਿਸ਼ੂ ਪੇਪਰ ਨਹੀਂ ਕਿ ਲੋੜ ਪਈ ਤੇ ਵਰਤ ਲਿਆ। ਮੁਹੱਬਤ ਸਾਹਾਂ ਦੇ ਵਰਗੀ ਕੋਈ ਚੀਜ਼ ਹੈ। ਤੁਸੀਂ ਸੁੱਤੇ ਪਏ ਹੋ, ਇਹ ਤਾਂ ਉਦੋਂ ਵੀ ਹੁੰਦਾ ਹੈ। ਤੁਸੀਂ ਸੌਂਗੇ, ਸਾਹ ਆ ਰਹੇ ਆ, ਸਾਹ ਜਾ ਰਹੇ ਆ। ਮੁਹੱਬਤ ਸਿਮਰਨ ਸਾਹਾਂ ਵਰਗੀ ਕੋਈ ਚੀਜ਼ ਆ। ਤੁਸੀਂ ਸੁੱਤੇ ਪਏ ਹੋ, ਉਦੋਂ ਵੀ ਉਹਦੀ ਯਾਦ ਚੱਲਦੀ ਰਹਿੰਦੀ ਆ। ਇਸ ਕਰਕੇ ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਗੋ ਹਾਰੀ। ਧਰਤੀ ਦੇ 9 ਟੋਟਿਆਂ ਨੂੰ ਕੋਈ ਜਿੱਤ ਲਵੇ ਨਾ, ਪਰ ਜੇ ਉਹਦੇ ਅੰਦਰ ਸ਼ੌਂਕ ਨਹੀਂ ਰੱਬ ਦਾ ਤਾਂ ਉਹ ਹਾਰ ਕੇ ਜਾਵੇਗਾ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ। ਜਿਹਦੇ ਤੇ ਗੁਰੂ ਨਾਨਕ ਜੀ ਦੀ ਕਿਰਪਾ ਹੋ ਗਈ, ਜਿਹਦੇ ਵੱਲ ਗੁਰੂ ਨਾਨਕ ਸਾਹਿਬ ਨੇ ਉਂਗਲੀ ਕਰ ਦਿੱਤੀ, ਉਹਨੇ ਹੀ ਪਿਆਰੇ ਦੇ ਗੁਣਾਂ ਨੂੰ ਗਾਇਆ ਹੈ। ਸੋ ਸੁਖੀਆ, ਉਹਦੀ ਸਦਾ ਹੀ ਹੈਪੀ ਲਾਈਫ ਆ। ਉਹ ਸਦਾ ਆਪ ਖੁਸ਼ ਰਹੂਗਾ, ਦੂਜਿਆਂ ਨੂੰ ਖੁਸ਼ ਰੱਖੂਗਾ ਤੇ ਧੰਨ ਉਸ ਜਨਮ ਆ। ਉਹਦਾ ਜਿਹੜਾ ਜਨਮ ਹੈ ਨਾ, ਤੇ ਉਹਦਾ ਜਿਹੜਾ ਜਨਮ ਆ ਉਹ ਵੀ ਧੰਨ ਆ। ਨਾਨਕ ਤਿਸ ਬਲਹਾਰੀ। ਗੁਰੂ ਨਾਨਕ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਕਹਿੰਦੇ ਸਦਕੇ ਹਾਂ, ਸਦਕੇ ਹਾਂ ਉਹਦੇ ਤੋਂ ਜਿਹੜਾ ਆਪ ਖੁਸ਼ ਰਹਿੰਦਾ ਹੈ, ਦੂਜਿਆਂ ਨੂੰ ਖੁਸ਼ ਰੱਖਦਾ ਹੈ। ਜੇ ਤੁਸੀਂ ਕਿਸੇ ਨੂੰ ਸੁਖੀ ਨਹੀਂ ਨਾ ਕਰ ਸਕਦੇ, ਇੰਨਾ ਕੁ ਕਰ ਲਓ, ਕਿਸੇ ਨੂੰ ਦੁਖੀ ਨਾ ਕਰਨਾ। ਜੇ ਤੁਸੀਂ ਕਿਸੇ ਨੂੰ ਹਸਾ ਨਹੀਂ ਸਕਦੇ, ਇੰਨਾ ਕੁ ਕਰ ਲਿਓ, ਕਿਸੇ ਨੂੰ ਰਵਾਇਓ ਨਾ। ਜੇ ਤੁਸੀਂ ਕਿਸੇ ਨੂੰ ਸੁੱਖ ਨਹੀਂ ਦੇ ਸਕਦੇ, ਇੰਨਾ ਕੁ ਕਰ ਲਿਓ, ਕਿਸੇ ਨੂੰ ਦੁੱਖ ਨਾ ਦਿਓ। ਕੋਈ ਸੁਖੀ ਆ ਤਾਂ ਕਿਸੇ ਨੂੰ ਸੁੱਖ ਦਿੱਤਾ ਹੋਣਾ। ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੇ ਹੂਬਹੂ ਬੋਲ ਨੇ, ਕੋਈ ਸੁਖੀ ਆ ਤੇ ਕਿਸੇ ਨੂੰ ਸੁੱਖ ਦਿੱਤਾ ਹੋਣਾ। ਕੋਈ ਦੁਖੀ ਆ ਨਾ ਤਾਂ ਕਿਸੇ ਨੂੰ ਦੁੱਖ ਦਿੱਤਾ ਹੋਣਾ। ਕੋਈ ਹੱਸ ਰਿਹਾ ਤੇ ਕਿਸੇ ਨੂੰ ਹਸਾਇਆ ਹੋਣਾ। ਕੋਈ ਰੋ ਰਿਹਾ ਤੇ ਕਿਸੇ ਨੂੰ ਰਵਾਇਆ ਹੋਣਾ। ਇਸ ਕਰਕੇ ਇਹ ਚੀਜ਼ਾਂ ਕਦੇ ਭੁੱਲ ਕੇ ਨਾ ਕਰਨਾ। ਜਾਗੇ ਹੋਏ ਮਨ ਦੇ ਨਾਲ ਕਰਨਾ। ਜੋ ਕਰਨਾ ਸੁਚੇਤ ਹੋ ਕੇ ਕਰਨਾ, ਅਚੇਤ ਹੋ ਕੇ ਨਾ ਕਰਨਾ। ਮਹਾਤਮਾ ਬੁੱਧ ਜੀ, ਗੁਰੂ ਮਹਾਰਾਜ ਜੀ, ਜਦੋਂ ਤੁਸੀਂ ਨੀਂਦ 'ਚ ਪਾਸਾ ਲੈਂਦੇ ਹੋ, ਉਹ ਵੀ ਜਾਗੇ ਹੋਏ ਲੈਂਦੇ ਹੋ। ਅਸੀਂ ਕੁਝ ਕਰਦੇ ਹਾਂ, ਉਹ ਸੁੱਤੇ ਸੁੱਤੇ ਕਰਦੇ ਹਾਂ, ਪਤਾ ਹੀ ਨਹੀਂ ਲੱਗਦਾ। ਪਤਾ ਹੀ ਨਹੀਂ ਲੱਗਦਾ ਕੀ ਹੋ ਗਿਆ, ਇੱਕਦਮ ਕੀ ਹੋ ਗਿਆ, ਕੀ ਬੋਲਿਆ ਗਿਆ। ਹੋਸ਼ 'ਚ ਨਹੀਂ ਨਾ ਰਹਿੰਦੇ। ਸਿਮਰਨ ਬੰਦੇ ਨੂੰ ਹੋਸ਼ 'ਚ ਲੈ ਕੇ ਆਉਂਦਾ ਹੈ, ਜਗਾਉਂਦਾ ਹੈ। ਸੋ ਆਓ ਆਪਾਂ ਰਲ ਕੇ ਸਿਮਰਨ ਕਰੀਏ ਤੇ ਬਾਅਦ ਵਿੱਚ ਬੇਨਤੀ ਕਰੀਏ ਮਹਾਰਾਜ ਅੱਗੇ। ਸੋ ਇਤਨੀਆਂ ਕੁ ਬੇਨਤੀਆਂ ਨੂੰ ਪ੍ਰਵਾਨ ਕਰੋ। ਗੁਰੂ ਮਹਾਰਾਜ ਦੀ ਜਿਹੜੀ ਸ਼ਾਨ ਹੈ ਨਾ, ਉਹ ਬਹੁਤ ਉੱਚੀ ਆ ਪਿਆਰੀ ਸੰਗਤ ਜੀ। ਤੇ ਤੁਹਾਡੀ ਸਭ ਦੀ ਸ਼ਾਨ, ਸੰਗਤ ਦੀ ਸ਼ਾਨ ਬੜੀ ਨਿਰਾਲੀ ਆ। ਪੂਰੇ ਧਿਆਨ ਦੇ ਨਾਲ ਤੁਸੀਂ ਇਕਾਗਰਤਾ ਦੇ ਨਾਲ ਸੁਣਿਆ ਹੈ। ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰਿਆਂ ਦਾ ਧੰਨਵਾਦ ਹੈ ਪਿਆਰਿਓ। ਆਓ ਹੁਣ ਰਲ ਕੇ ਆਪਾਂ ਵਾਹਿਗੁਰੂ 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 ਕਹਿ ਲਈਏ।
ਵਾਹਿਗੁਰੂ 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 ਵਾਹਿ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।